ਅੱਜ ਤੱਕ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਚੀਜ਼ ਦਾ ਸਪਸ਼ਟੀਕਰਨ ਨਹੀਂ ਦਿੱਤਾ ਹੈਗਾ ਕਿ ਜਦੋਂ ਇਹ ਆਰਡੀਨੈਂਸਸ ਕੈਬਨਿਟ ਦੇ ਵਿੱਚ ਰੱਖੇ ਗਏ ਤਾਂ ਕੀ ਉਹਨਾਂ ਨੇ ਉਹਨਾਂ ਆਰਡੀਨੈਂਸਸ ਦਾ ਵਿਰੋਧ ਕੀਤਾ। ਕਿ ਸਭ ਤੋਂ ਪਹਿਲਾਂ ਜੇ ਕੋਈ ਵਿਰੋਧ ਇਹਨਾਂ ਕਾਨੂੰਨਾਂ ਦਾ ਹੋਇਆ ਜਾਂ ਇਹਨਾਂ ਆਰਡੀਨੈਂਸਸ ਦਾ ਹੋਇਆ ਤਾਂ ਉਹ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ। ਪੰਜਾਬ ਦੀ ਸਰਕਾਰ ਵਿਧਾਨ ਸਭਾ 'ਚ ਬਿੱਲ ਲੈ ਕੇ ਆਈ ਉਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ। ਉਹ ਆਰਡੀਨੈਂਸਸ ਉਹ ਬਿੱਲ ਪਾਸ ਕੀਤੇ ਗਏ। ਅਸੀਂ ਜਾ ਕੇ ਦਿੱਲੀ ਧਰਨਾ ਦਿੱਤਾ, ਸਾਰੇ ਐਮਐਲਏ ਸਾਰੇ ਐਮਪੀ ਸਾਰੇ ਉਹਨਾਂ ਨੇ ਜਾ ਕੇ ਰਾਸ਼ਟਰਪਤੀ ਨੂੰ ਕਿਹਾ ਕਿ ਇਹਨਾਂ ਨੂੰ ਇਸ ਨੂੰ ਮੰਗਵਾ ਕੇ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਜਾਵੇ। ਜਦ ਤੱਕ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਕਾਂਗਰਸ ਪਾਰਟੀ ਚਾਹੇ ਛੋਟੇ ਤੋਂ ਛੋਟਾ ਵਰਕਰ ਹੋਵੇ ਚਾਹੇ ਵੱਡੇ ਤੋਂ ਵੱਡਾ ਲੀਡਰ ਹੋਵੇ, ਅਸੀਂ ਕਿਸਾਨ ਅੰਦੋਲਨ ਦੇ ਕਿਸਾਨੀ ਅੰਦੋਲਨ ਦੇ ਪਿੱਠ ਤੇ ਖੜੇ ਰਹੇ। ਦੇਖੋ ਇਦਾਂ ਹੈ ਕਿ ਮੈਂ ਤੁਹਾਡਾ ਧਿਆਨ ਥੋੜਾ ਪਿਛੋਕੜ ਵੱਲ ਲੈ ਕੇ ਜਾਣਾ ਚਾਹੁੰਦਾ। ਜਦੋਂ ਮਾਰਚ 2020 ਦੇ ਵਿੱਚ ਲੋਕਡਾਊਨ ਲੱਗਿਆ ਕੋਵਿਡ ਦਾ ਔਰ ਉਸ ਕੋਵਿਡ ਦੇ ਲੋਕਡਾਊਨ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਜਦੋਂ ਇੱਕ ਅਧਿਆਦੇਸ਼ ਦੇ ਰਾਹੀਂ ਇਹ ਕਿਸਾਨੀ ਕਾਨੂੰਨ ਲਿਆਏ ਗਏ, ਉਸ ਕੈਬਨਿਟ ਦੇ ਵਿੱਚ ਜਿਸ 'ਚ ਅਧਿਆਦੇਸ਼ ਮਨਜ਼ੂਰ ਕੀਤੇ ਗਏ ਬੀਬੀ ਹਰਸਿਮਰਤ ਕੌਰ ਬਾਦਲ ਉਸ ਕੈਬਨਿਟ ਦੇ ਮੈਂਬਰ ਸਨ। ਅੱਜ ਤੱਕ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਚੀਜ਼ ਦਾ ਸਪਸ਼ਟੀਕਰਨ ਨਹੀਂ ਦਿੱਤਾ ਹੈਗਾ ਕਿ ਜਦੋਂ ਇਹ ਆਰਡੀਨੈਂਸਸ ਕੈਬਨਿਟ ਦੇ ਵਿੱਚ ਰੱਖੇ ਗਏ ਤਾਂ ਕੀ ਉਹਨਾਂ ਨੇ ਉਹਨਾਂ ਆਰਡੀਨੈਂਸਸ ਦਾ ਵਿਰੋਧ ਕੀਤਾ, ਕੀ ਉਹਨਾਂ ਨੇ ਕੋਈ ਡਾਇਸੈਂਟ ਨੋਟ ਦਿੱਤਾ। ਔਰ ਮੈਂ ਇਹ ਤੁਹਾਨੂੰ ਗੱਲ ਇਸ ਲਈ ਕਹਿ ਰਿਹਾ ਕਿ ਸਭ ਤੋਂ ਪਹਿਲਾਂ ਜੇ ਕੋਈ ਵਿਰੋਧ ਇਹਨਾਂ ਕਾਨੂੰਨਾਂ ਦਾ ਹੋਇਆ ਜਾਂ ਇਹਨਾਂ ਆਰਡੀਨੈਂਸਸ ਦਾ ਹੋਇਆ ਤਾਂ ਉਹ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤੀ। ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਵਿਧਾਨ ਸਭਾ 'ਚ ਬਿੱਲ ਲੈ ਕੇ ਆਈ ਉਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ। ਉਹ ਆਰਡੀਨੈਂਸਸ ਉਹ ਬਿੱਲ ਪਾਸ ਕੀਤੇ ਗਏ। ਅਸੀਂ ਜਾ ਕੇ ਦਿੱਲੀ ਧਰਨਾ ਦਿੱਤਾ, ਸਾਰੇ ਐਮਐਲਏ ਸਾਰੇ ਐਮਪੀ ਸਾਰੇ ਉਹਨਾਂ ਨੇ ਜਾ ਕੇ ਰਾਸ਼ਟਰਪਤੀ ਨੂੰ ਕਿਹਾ ਕਿ ਇਹਨਾਂ ਨੂੰ ਇਸ ਨੂੰ ਮੰਗਵਾ ਕੇ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਜਾਵੇ। ਔਰ ਉਸ ਤੋਂ ਬਾਅਦ ਜਿੰਨੇ ਪੰਜਾਬ ਦੇ ਐਮਪੀਜ਼ ਨੇ 8 ਜਿਹੜੇ ਐਮਪੀਜ਼ ਨੇ ਉਹਨਾਂ ਨੇ ਪ੍ਰਾਈਵੇਟ ਮੈਂਬਰਸ ਬਿੱਲ ਮੂਵ ਕਰਕੇ ਇਹਨਾਂ ਕਾਲੇ ਕਾਨੂੰਨਾਂ ਨੂੰ ਖਾਰਿਜ ਕਰਨ ਵਾਸਤੇ ਆਪਣੇ ਬਿੱਲਸ ਲੋਕ ਸਭਾ ਦੇ ਪਟਲ ਤੇ ਰੱਖੇ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਦ ਤੱਕ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਕਾਂਗਰਸ ਪਾਰਟੀ ਚਾਹੇ ਛੋਟੇ ਤੋਂ ਛੋਟਾ ਵਰਕਰ ਹੋਵੇ ਚਾਹੇ ਵੱਡੇ ਤੋਂ ਵੱਡਾ ਲੀਡਰ ਹੋਵੇ, ਅਸੀਂ ਕਿਸਾਨ ਅੰਦੋਲਨ ਦੇ ਕਿਸਾਨੀ ਅੰਦੋਲਨ ਦੇ ਪਿੱਠ ਤੇ ਖੜੇ ਰਹੇ ਔਰ ਅਸੀਂ ਪੂਰੀ ਤਰ੍ਹਾਂ ਇਸ ਮੰਗ ਦੇ ਨਾਲ ਹੈ। ਔਰ ਜਿੱਥੇ ਤੱਕ ਰਹੀ ਪ੍ਰਮੋਸ਼ਨ ਦੀ ਗੱਲ, ਦੇਖੋ ਜੇ ਰਾਜਨੀਤਿਕ ਪਾਰਟੀਆਂ ਆਪਣਾ ਸਮਰਥਨ ਕਿਸਾਨਾਂ ਨੂੰ ਕਿਸਾਨਾਂ ਦੀ ਮੰਗਾਂ ਨੂੰ ਔਰ ਜਿਹੜੇ ਉਹਨਾਂ ਦੇ ਹੱਕ ਖੋਏ ਗਏ ਨੇ ਉਹਦੇ ਬਾਰੇ ਵਰਬਲੀ ਆਪਣਾ ਸਮਰਥਨ ਨਹੀਂ ਦੇਣਗੀਆਂ ਤਾਂ ਕੇਂਦਰ ਦੀ ਸਰਕਾਰ ਨੂੰ ਸੁਨੇਹਾ ਕਿਵੇਂ ਜਾਊਗਾ ਕਿ ਪੂਰਾ ਪੰਜਾਬ ਦਾ ਆਵਾਮ ਪੰਜਾਬ ਦੀਆਂ ਸਿਆਸੀ ਪਾਰਟੀਆਂ ਲਾਮਬੰਦ ਹੋ ਕੇ ਇਸ ਡਿਮਾਂਡ ਦੇ ਨਾਲ ਖੜੀਆਂ ਨੇ। ਦੇਖੋ ਕੱਲ ਸੀਐਮ ਸਾਹਿਬ ਮੇਰੇ ਹਲਕੇ 'ਚ ਹੀ ਸੀਗੇ। ਅਸੀਂ ਬਲਾਚੌਰ ਇੱਕ ਨਵੇਂ ਐਗਰੀਕਲਚਰ ਕਾਲਜ ਦਾ ਨੀਂਹ ਪੱਥਰ ਰੱਖਿਆ ਹੈਗਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ। ਅਸੀਂ ਬੜਾ ਵੱਡਾ ਉੱਥੇ ਐਕਸਟੈਂਸ਼ਨ ਸੈਂਟਰ ਬਣਾਉਣ ਜਾ ਰਹੇ ਹੈਗੇ ਔਰ ਸੀਐਮ ਸਾਹਿਬ ਜਦੋਂ ਉੱਥੋਂ ਚੱਬੇਵਾਲ ਗਏ ਇੱਕ ਗਵਰਨਮੈਂਟ ਕਾਲਜ ਦਾ ਉਦਘਾਟਨ ਕਰਨ ਵਾਸਤੇ, ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਬਈ ਇਸ ਚੀਜ਼ ਦਾ
ਜਿਹੜਾ ਫਰਕ ਹੈ ਉਹ ਪੰਜਾਬ ਦੀ ਅਰਥ ਵਿਵਸਥਾ ਤੇ ਪੈ ਰਿਹਾ। ਉਹਨਾਂ ਨੇ ਗੱਲ ਕਿਉਂ ਕਹੀ? ਉਹਨਾਂ ਨੇ ਗੱਲ ਇਸ ਪਰਪੇਕਸ਼ ਕਹੀ ਸੀਗੀ ਕਿ 127 ਵਾਰ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਅਮੈਂਡ ਕੀਤਾ ਜਾ ਚੁੱਕਿਆ ਹੈ, ਔਰ ਇਸ ਲਈ 128ਵੀਂ ਵਾਰ ਵੀ ਉਹਨੂੰ ਅਮੈਂਡ ਕਰਕੇ ਇਹ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਖਾਰਿਜ ਕਰ ਦਿੱਤਾ ਜਾਵੇ। ਜਿਹੜੀ ਇੱਕ ਐਡਾ ਵੱਡਾ ਰੋਸ਼ ਹੈ ਕਿਸਾਨੀ ਦੇ ਵਿੱਚ, ਚਾਹੇ ਉਹ ਪੰਜਾਬ ਦੀ ਕਿਸਾਨੀ ਹੋਵੇ, ਚਾਹੇ ਹਰਿਆਣੇ 'ਚ, ਪੱਛਮ ਉੱਤਰ ਪ੍ਰਦੇਸ਼, ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਵਿੱਚ, ਇਸ ਰੋਸ਼ ਨੂੰ ਖਤਮ ਕਰਨ ਵਾਸਤੇ ਇਹ ਕਿਸਾਨੀ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਉਸ ਸੰਦਰਭ ਦੇ ਵਿੱਚ, ਉਸ ਪਰਿਪੇਕਸ਼ ਦੇ ਵਿੱਚ ਇਹ ਗੱਲ ਕਹੀ ਗਈ ਸੀ। Could you just identify yourself? ਤੁਸੀਂ ਬੜਾ ਅੱਛਾ ਸਵਾਲ ਪੁੱਛਿਆ ਹੈਗਾ, ਔਰ ਮੈਂ ਇੱਕ ਇੱਕ ਕਰਕੇ ਤੁਹਾਡੇ ਜਿਹੜੇ 3-4 ਬਿੰਦੂ ਨੇ ਉਹਨਾਂ ਦਾ ਜਵਾਬ ਦੇ ਦਿੰਦਾ ਹੈਗਾ। ਦੇਖੋ, ਪਹਿਲੀ ਗੱਲ ਜਿੱਥੇ ਤੱਕ ਰਹੀ ਬੇਅਦਬੀ ਦੀ ਗੱਲ, ਮੈਂ ਅੰਮ੍ਰਿਤਸਰ ਵੀ ਇਹ ਗੱਲ ਕਹੀ ਸੀਗੀ ਕਿ ਬੇਅਦਬੀ ਦਾ ਜਿਹੜਾ ਬਹੁਤ ਹੀ ਮਨਭਾਗੀ ਘਟਨਾ ਹੋਈ ਸੀ, ਉਹਦੇ ਦੋ ਪਹਿਲੂ ਸੀਗੇ। ਪਹਿਲਾ ਸੀਗਾ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀਗੀਆਂ ਜੂਨ 2015 ਤੋਂ ਲੈ ਕੇ ਸਤੰਬਰ 2015, ਔਰ ਦੂਜਾ ਸੀਗਾ ਜਿਹੜੀ ਫਾਇਰਿੰਗ ਹੋਈ ਸੀਗੀ ਕੋਟਕਪੂਰਾ ਔਰ ਬਾਈਬਲ ਕਲਾਂ। ਇਹ ਦੋ ਅਲੱਗ-ਅਲੱਗ ਬੇਅਦਬੀ ਨਾਲ ਜੁੜੇ ਹੋਏ ਮਨਭਾਗੇ ਵਾਕਿਆ ਸੀਗੇ। ਹੁਣ ਅਕਾਲੀ ਦਲ ਭਾਜਪਾ ਦੀ ਸਰਕਾਰ ਨੇ ਜਿਹੜੀ ਬੇਅਦਬੀ ਦੀ ਜਾਂਚ ਸੀਗੀ ਉਹ CBI ਨੂੰ ਹੈਂਡਓਵਰ ਕਰਤੀ ਸੀ। ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਫਾਇਰਿੰਗ ਦੀ ਜਾਂਚ ਵੀ ਸੀਗੀ ਉਹ ਵੀ CBI ਨੂੰ ਹੈਂਡਓਵਰ ਕਰਤੀ ਸੀ। ਜਦੋਂ ਕਾਂਗਰਸ ਦੀ ਸਰਕਾਰ ਬਣੀ ਤਾਂ ਅਸੀਂ ਇੱਕ ਨਵੀਂ ਕਮਿਸ਼ਨ ਆਫ ਇਨਕੁਆਇਰੀ ਬਣਾਈ। ਉਸ ਕਮਿਸ਼ਨ ਆਫ ਇਨਕੁਆਇਰੀ ਦੀ ਰਿਪੋਰਟ ਆਉਣ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ। ਉਹ ਇਨਵੈਸਟੀਗੇਸ਼ਨ ਜਿਹੜੀ ਫਾਇਰਿੰਗ ਦੀ ਸੀਗੀ ਉਹ CBI ਤੋਂ ਵਾਪਸ ਲਿੱਤੀ ਗਈ, ਔਰ ਇੱਕ ਨਵੇਂ ਸਿਰੇ ਤੋਂ ਉਸ ਚੀਜ਼ ਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ। ਮਨਭਾਗੀ ਗੱਲ ਇਹ ਹੈ ਕਿ ਉਸ ਇਨਵੈਸਟੀਗੇਸ਼ਨ ਨੂੰ ਜਿਹੜੇ ਲੀਡ ਕਰ ਰਹੇ ਸੀਗੇ ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੇ ਉਸ ਚੀਜ਼ ਨੂੰ ਠੀਕ ਤਰ੍ਹਾਂ ਨਾਲ ਇਨਵੈਸਟੀਗੇਟ ਨਹੀਂ ਕੀਤਾ, ਔਰ ਉਹਦਾ ਨਤੀਜਾ ਇਹ ਹੋਇਆ ਕਿ ਉਸ ਇਨਵੈਸਟੀਗੇਸ਼ਨ ਨੂੰ ਹਾਈ ਕੋਰਟ ਨੇ ਸਟ੍ਰਾਈਕ ਡਾਊਨ ਕਰ। ਔਰ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਨੇ ਕਿ ਬਈ ਮੈਂ ਬੜੇ ਨਿਸ਼ਪੱਖਤਾ ਨਾਲ ਇਨਵੈਸਟੀਗੇਸ਼ਨ ਕੀਤੀ ਸੀਗੀ, ਤਾਂ ਉਹਨਾਂ ਨੂੰ ਫਿਰ ਸਰਵਿਸ 'ਚ ਰਹਿ ਕੇ ਉਸ ਚੀਜ਼ ਨੂੰ ਸੁਪਰੀਮ ਕੋਰਟ ਤੇ ਚੁਣੌਤੀ ਦੇਣੀ ਚਾਹੀਦੀ ਸੀਗੀ, ਕਿਉਂਕਿ ਜਿਸ ਤਰ੍ਹਾਂ ਕਿਸਮ ਦੇ ਪਰਸਨਲ ਸਟ੍ਰਿਕਚਰ ਉਹਨਾਂ ਦੇ ਉੱਪਰ ਪਾਸ ਕੀਤੇ ਗਏ ਨੇ ਉਸ ਹਾਈ ਕੋਰਟ ਦੀ ਜਜਮੈਂਟ ਦੇ ਵਿੱਚ, ਜੇ ਕਿਸੇ ਦੇ ਖਿਲਾਫ ਵੀ ਇਹੋ ਜਿਹੇ ਸਟ੍ਰਿਕਚਰ ਪਾਸ ਕੀਤੇ ਜਾਂਦੇ ਉਹ ਐਟਲੀਸਟ ਸਟ੍ਰਿਕਚਰ ਦਾ ਐਕਸਪੰਜ ਕਰਾਉਣ ਜਾਂਦੇ। ਸੋ ਇਸ ਲਈ ਉਸ ਇਨਵੈਸਟੀਗੇਸ਼ਨ ਨੂੰ ਨਵੇਂ ਸਿਰੇ ਤੋਂ ਇੱਕ SIT ਕਰ ਰਹੀ ਹੈ, ਔਰ ਮੇਰਾ ਇਹ ਮੰਨਣਾ ਹੈ ਕਿ ਨਿਸ਼ਪੱਖਤਾ ਨਾਲ ਇਨਵੈਸਟੀਗੇਸ਼ਨ ਕਰਕੇ, ਜਾਂਚ ਕਰਕੇ, ਜਿਹੜਾ ਵੀ ਦੋਸ਼ੀ ਹੈਗਾ ਉਹਨੂੰ ਜ਼ਰੂਰ ਸਜ਼ਾ ਦਿੱਤੀ ਜਾਊ। ਜਿੱਥੇ ਤੱਕ ਰਹੀ ਤੁਹਾਡਾ ਦੂਜਾ ਇਸ਼ੂ, ਤੁਸੀਂ ਮਾਈਨਿੰਗ ਦੀ ਗੱਲ ਕੀਤੀ ਹੈਗੀ ਹੈ। ਦੇਖੋ, ਪਿਛਲੇ 4.5 ਵਰ੍ਹਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਦੀ ਇਹ ਪੂਰੀ ਕੋਸ਼ਿਸ਼ ਰਹੀ ਹੈ ਕਿ ਜਿਹੜੀ ਇਲੀਗਲ ਮਾਈਨਿੰਗ ਹੈ ਉਸ ਇਲੀਗਲ ਮਾਈਨਿੰਗ ਦੇ ਉੱਪਰ ਠੱਲ ਪਾਇਆ ਜਾਏ, ਕਿਉਂਕਿ ਲੀਗਲ ਔਰ ਇਲੀਗਲ ਮਾਈਨਿੰਗ 'ਚ ਫਰਕ ਕਰਨ ਦੀ ਜ਼ਰੂਰਤ ਹੈ। ਹਾਂ, ਕੁਛ ਜਗ੍ਹਾ ਐਸੀਆਂ ਹੈਗੀਆਂ ਨੇ ਜਿੱਥੇ ਜ਼ਰੂਰ ਕਾਨੂੰਨ ਦੀ ਉਲੰਘਣਾ ਹੁੰਦੀ ਹੈਗੀ ਹੈ, ਔਰ ਜਿੱਥੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਉਸ ਚੀਜ਼ ਨੂੰ ਠੀਕ ਕਰਨ ਵਾਸਤੇ, ਉਸ ਦੇ ਉੱਪਰ ਠੱਲ ਪਾਉਣ ਵਾਸਤੇ ਮਾਈਨਿੰਗ ਐਕਟ ਦੇ ਤਹਿਤ ਜਾਂ ਜਿਹੜੇ ਵੀ ਹੋਰ ਫੌਜਦਾਰੀ ਦੇ ਕਾਨੂੰਨ ਨੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਤੀਜੀ, ਜਿੱਥੇ ਤੱਕ ਬੇਰੋਜ਼ਗਾਰੀ ਵਾਲੀ ਗੱਲ ਤੁਸੀਂ ਕਰ ਰਹੇ ਹੈਗੇ ਹੋ, ਦੇਖੋ ਮੈਂ ਤੁਹਾਨੂੰ ਹੁਣੇ ਦੱਸਿਆ ਹੈਗਾ ਕਿ ਜਿਸ ਅਰਥ ਵਿਵਸਥਾ ਨੂੰ 2004 ਤੋਂ ਲੈ ਕੇ 14 ਤੱਕ ਜਦ ਆਰਥਿਕ ਮਹਾਮੰਦੀ ਰਹੀ, ਯੂਰੋਜ਼ੋਨ ਦਾ ਕ੍ਰਾਈਸਿਸ ਰਿਹਾ, ਜਿਹੜੇ ਕੱਚੇ ਤੇਲ ਦੀ ਕੀਮਤ ਸੀਗੀ ਉਹ $115 ਪ੍ਰਤੀ ਬੈਰਲ ਰਹੀ, ਉਸ ਅਰਥ ਵਿਵਸਥਾ ਨੂੰ ਅਸੀਂ 8.5% ਨਾਲ ਹਰ ਸਾਲ ਵਧਾਇਆ। ਜਦ ਦੀ ਇਹ NDA ਭਾਜਪਾ ਦੀ ਸਰਕਾਰ ਬਣੀ ਹੈ, ਹਿੰਦੁਸਤਾਨ ਦੀ ਅਰਥ ਵਿਵਸਥਾ ਦਾ ਪੂਰੀ ਤਰ੍ਹਾਂ ਪੱਠਾ ਬੈਠ ਗਿਆ। ਜਿਹੜੇ ਇਕਨੋਮਿਕ ਫੰਡਾਮੈਂਟਲਸ, ਚਾਹੇ ਸੇਵਿੰਗਸ ਹੋਵੇ, ਇਨਵੈਸਟਮੈਂਟ ਹੋਵੇ, ਕੰਜ਼ੰਪਸ਼ਨ ਹੋਵੇ, ਇੰਪਲੋਇਮੈਂਟ ਹੋਵੇ,
आ चार क्या कहते ने बुनियादी फंडामेंटल्स ने इकोनॉमी ਦੇ ਉਹ ਸਾਰੇ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਔਰ ਉਹਦਾ ਅਸਰ ਸੂਬਿਆਂ ਤੇ ਵੀ ਪਿਆ ਔਰ ਇਸ ਲਈ ਜਿਹੜੀ ਸੂਬੇ ਦੀ ਮਾਲੀ ਹਾਲਤ ਆ ਸਿਰਫ ਪੰਜਾਬ ਦੀ ਹਾਲਾਤ ਨੇ ਹੈ ਕਿ ਬਾਕੀ ਸੂਬਿਆਂ 'ਚ ਵੀ ਇਹ ਹਾਲਾਤ ਨੇ ਉਸ ਕਿਸਮ ਨਾਲ ਇਕਨੋਮਿਕ ਗਰੋਥ ਨਹੀਂ ਹੋ ਪਾਈ ਜਿਹੜੀ ਰੋਜ਼ਗਾਰ ਦੇਣ ਵਾਸਤੇ ਜਾਂ ਡਿਵੈਲਪਮੈਂਟ ਵਾਸਤੇ ਜ਼ਰੂਰੀ ਹੈਗੀ ਸੋ ਇੱਕ ਮੈਕਰੋ ਇਕਨੋਮਿਕ ਕ੍ਰਾਈਸਿਸ ਇਸ ਐਨਡੀਏ ਭਾਜਪਾ ਸਰਕਾਰ ਦੀ ਗਲਤ ਇਕਨੋਮਿਕ ਨੀਤੀਆਂ ਦੇ ਕਾਰਨ ਡੀਮੋਨੇਟਾਈਜੇਸ਼ਨ ਦੇ ਕਾਰਨ ਜਿਹੜੀ ਨੋਟਬੰਦੀ ਕੀਤੀ ਸੀ ਜਿਹੜਾ ਬਿਲਕੁਲ ਗਲਤ ਤਰੀਕੇ ਨਾਲ ਜੀਐਸਟੀ ਇੰਪਲੀਮੈਂਟ ਕੀਤਾ ਗਿਆ ਉਹਦੇ ਕਾਰਨ ਔਰ ਉਸ ਤੋਂ ਬਾਅਦ ਜਿਹੜੇ ਬਿਲਕੁਲ ਅਨਾਪ ਸ਼ਨਾਪ ਕਾਰਪੋਰੇਟਸ ਨੂੰ ਕੰਸੈਸ਼ਨਸ ਦਿੱਤੇ ਗਏ 1,45,000 ਕਰੋੜ ਦਾ 2019-20 ਦੇ ਬਜਟ 'ਚ ਕੰਸੈਸ਼ਨ ਦਿੱਤਾ ਗਿਆ ਇਹਦੇ ਕਾਰਨ ਇੱਕ ਬਹੁਤ ਵੱਡਾ ਇਕਨੋਮਿਕ ਕ੍ਰਾਈਸਿਸ ਸਾਡੇ ਮੁਲਕ 'ਚ ਹੈ ਔਰ ਪੰਜਾਬ ਵੀ ਉਸ ਤੋਂ ਕੋਈ ਵਾਂਝਾ ਨਹੀਂ ਹੈਗਾ ਪਰ ਇਹਦੇ ਬਾਵਜੂਦ ਇਸ ਇਕਨੋਮਿਕ ਕ੍ਰਾਈਸਿਸ ਦੇ ਬਾਵਜੂਦ ਵੀ ਅਸੀਂ क्या कहते ने एक कोशिश की हैगी है चाहे स्किलिंग होवे नौजवानों की चाहे होर इंप्लॉयमेंट के एवेन्यूज़ होन चाहे इन्वेस्टमेंट लियाउण की गल होवे इन्हां कंस्ट्रेंट्स के बावजूद पंजाब की इकनॉमिक डिवेलपमेंट नूं ज़्यादा सट ना लगे ये साडी कोशिश रही है एक मिनट क्या है वन बाय वन हाँ मैंने पता है Well, I would very respectfully disagree with him. And the reason I would disagree with him is as follows. It's the function of any sensitive government to ensure that they augment their revenue streams to an extent whereby they can provide relief to those sections of society which deserve that relief. That is the entire basis of welfare economics. And that's why when you look at the UPA government, and I take you back to the UPA government again, the reason why we were able to provide Manrega, the reason why we were able to implement the Food Security Act, the reason why we were able to provide free and compulsory education to children below 14 years of age, because we grew the Indian economy year on year at 7.1% or almost 7.5%. And we had enough surplus money in order to then spend on social welfare. Similarly, if the Punjab government spends money on social welfare, whether it is on the scheduled castes or the Dalit community, whether it is on women, whether it is on any other vulnerable section of society, I think it is absolutely fair, appropriate and justified. Because, well, the thing is, the answer is not to shrink the pie. The answer is to grow the pie. Enough money should be available for social welfare schemes because it is the duty and the responsibility of any sensitive government to look at the last man in the last row. A government is not by the corporates, for the corporates and servicing the corporates. The responsibility of any sensitive government is to ensure that last person in the last row who requires the help of the state gets the help. Well, with great respect, I think you are trying to fish in waters which are not troubled. The fact is, you are trying to fish in waters that are not troubled. Let me answer it. You asked your question. देखो ऐसा है कि कल के ਜਿਹੜੇ ਦੋਹੇ ਪ੍ਰੋਗਰਾਮ ਹੋਏ ਚਾਹੇ ਬੱਲੋਵਾਲ ਸੌਂਕੜੀ ਹੋਇਆ ਜਾਂ ਚੱਬੇਵਾਲ ਹੋਇਆ ਉਹਦੇ ਸੀਐਮ ਸਾਹਿਬ ਆਪ ਗਏ ਸੀਗੇ ਉਹਨਾਂ ਦੇ ਨਾਲ ਜਿਹੜੇ ਸਾਡੇ ਐਜੂਕੇਸ਼ਨ ਮੰਤਰੀ ਨੇ ਔਰ ਪੀਡਬਲਿਊਡੀ ਮਿਨਿਸਟਰ ਨੇ ਵਿਜੇਂਦਰ ਸਿੰਗਲਾ ਜੀ ਸੀਗੇ ਮੈਂ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਦੀ ਨੁਮਾਇੰਦਗੀ ਕਰਦਾ ਮੈਂ ਸੀਗਾ ਸਾਡੇ ਸਾਰੇ ਲੋਕਲ ਐਮਐਲਏ ਸੀਗੇ ਸੋ ਇਸ ਲਈ ਇਹ ਕਹਿਣਾ ਕਿ ਕਾਂਗਰਸ ਦੇ ਵਿੱਚ ਕੋਈ ਡਿਵੀਜ਼ਨ ਹੈ ਇਹ ਗੱਲ ਬਿਲਕੁਲ ਗਲਤ ਹੈਗੀ ਹੈ ਹਾਂ ਕੁਝ ਇਸ਼ੂਜ਼ ਦੇ ਉੱਪਰ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਹੈ ਔਰ ਇੱਕ ਲੋਕਤਾਂਤਰਿਕ ਪਾਰਟੀ ਦੇ ਵਿੱਚ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਕੋਈ ਅਨਹੈਲਦੀ ਨਹੀਂ ਹੈ ਡਿਫਰੈਂਸ ਆਫ ਓਪੀਨੀਅਨ ਔਰ ਡਾਇਸੈਂਟ ਦੇ ਵਿੱਚ ਬਹੁਤ ਵੱਡਾ ਫਰਕ ਹੈ ਦੇਖੋ ਇੱਦਾਂ ਹੈ ਕਿ ਦੋ ਵੱਖ-ਵੱਖ ਰਿਐਲਿਟੀਜ਼ ਇੱਕ ਰਿਐਲਿਟੀ ਤਾਂ ਇਹ ਹੈ ਕਿ ਜਿਹੜਾ ਆਪਣਾ ਸੂਬਾ ਪੰਜਾਬ ਉਹ ਸਿੱਖਿਆ ਦੇ ਮਾਮਲੇ 'ਚ
पूरे मुल्क दे विच पहले नंबर ते आया। और ये कोई असैसमेंट पंजाब सरकार नहीं करती हैगी, ये इंडिपेंडेंट असैसमेंट हुंदी है। और एक इंडिपेंडेंट असैसमेंट तो बाद जे साडा सूबा सिक्ख्या दे खेतर दे विच सब तो पहले नंबर ते आया हैगा ते हर पंजाबी नूं इस गल दा माण होना चाहिए। देखो मेरे लोक सभा हलके दे विच 1800 तो ज़्यादा पिंड ने, और जदों मैं हलके च घुमदा है और खासकर ਜਿਹੜੇ ਸਾਡੇ ਪ੍ਰਾਇਮਰੀ ਸਕੂਲਸ ਨੇ ਜਾਂ ਬਾਕੀ ਸਕੂਲਾਂ ਜਾਣਾ ਤਾਂ ਕੁਆਲਿਟੇਟਿਵਲੀ ਪਿਛਲੇ 5-7 ਸਾਲ ਦੇ ਮੁਕਾਬਲੇ ਸਾਡੇ ਸਕੂਲਾਂ ਦੇ ਇਨਫਰਾਸਟ੍ਰਕਚਰ ਦੇ ਵਿੱਚ ਉੱਥੇ ਜਿਹੜੇ ਟੀਚਿੰਗ ਸਟੈਂਡਰਡਸ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਬੜੋਤਰੀ ਹੋਈ ਹੈ। ਜੇ ਤੁਸੀਂ ਆਪ ਵੀ ਜਾਓ ਤੁਸੀਂ ਦੇਖੋਗੇ ਕਿੰਨੇ ਵੈਲ ਮੇਨਟੇਨਡ ਉਹ ਸਕੂਲਸ ਨੇ, ਬੱਚਿਆਂ ਦੀ ਟਰਨ ਆਊਟ ਡਰੈਸਡ ਬੱਚੇ ਆਉਂਦੇ ਨੇ, ਅਟੈਂਡੈਂਸ 80% ਤੋਂ ਜ਼ਿਆਦਾ ਰਹਿੰਦੀ ਹੈਗੀ ਹੈ। ਉਹਦੇ ਇਲਾਵਾ ਜਿਹੜਾ ਮਿਡ ਡੇ ਮੀਲ ਸਕੀਮ ਹੈ ਉਹ ਬਿਲਕੁਲ ਠੀਕ ਤਰ੍ਹਾਂ ਉਹਨੂੰ ਇੰਪਲੀਮੈਂਟ ਕੀਤਾ ਜਾਂਦਾ ਹੈਗਾ। ਪਰ ਉਹਦੇ ਬਾਵਜੂਦ ਜੇ ਕੁਝ ਕਿਸੇ ਵਰਗ ਦੀਆਂ ਕੋਈ ਸਮੱਸਿਆਵਾਂ ਨੇ ਤਾਂ ਸਰਕਾਰ ਉਹਨਾਂ ਨਾਲ ਗੱਲ ਕਰ ਰਹੀ ਹੈਗੀ ਹੈ, ਗੱਲ ਕਰਕੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਅਲਟੀਮੇਟਲੀ ਹਰ ਵਰਗ ਨੂੰ ਜਿਹੜਾ ਕਿਸੇ ਵੀ ਖੇਤਰ 'ਚ ਕੰਮ ਕਰਦਾ ਹੋਵੇ ਉਹਨੂੰ ਇੱਕ ਗੱਲ ਜ਼ਰੂਰ ਆਪਣੇ ਜ਼ਿਹਨ 'ਚ ਰੱਖਣੀ ਚਾਹੀਦੀ ਹੈ ਕਿ ਪਬਲਿਕ ਸਰਵਿਸ ਦਾ ਮਤਲਬ ਹੈ ਪਬਲਿਕ ਨੂੰ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਪਬਲਿਕ ਗੁੱਡਸ ਪ੍ਰੋਵਾਈਡ ਕੀਤੇ ਜਾ ਸਕਣ, ਔਰ ਕਿਤੇ ਕਿਤੇ ਆਪਣੇ ਜਿਹੜੇ ਨਿੱਜੀ ਮਸਲੇ ਵੀ ਹੋਣ, ਚਾਹੇ ਉਹ ਮਸਲੇ ਜਸਟੀਫਾਈਡ ਵੀ ਹੋਣ, ਉਹਨਾਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਸੂਬੇ ਦਾ ਔਰ ਮੁਲਕ ਦਾ ਭਵਿੱਖ ਵੀ ਵੇਖਣਾ ਚਾਹੀਦਾ ਹੈਗਾ। ਮੇਰੀ ਉਹਨਾਂ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਸ ਚੀਜ਼ ਨੂੰ ਆਪਾਂ ਨੂੰ ਮੁੱਖ ਰੱਖਣਾ ਚਾਹੀਦਾ ਕਿ ਇਹਨਾਂ ਚੁਣੌਤੀਆਂ ਦੇ ਬਾਵਜੂਦ ਜੇ ਪੰਜਾਬ ਐਜੂਕੇਸ਼ਨ ਦੇ ਖੇਤਰ 'ਚ ਪਹਿਲੇ ਨੰਬਰ ਤੇ ਆਇਆ ਹੈ ਤਾਂ ਕੁਝ ਤਾਂ ਕੁਆਲਿਟੇਟਿਵ ਇੰਪਰੂਵਮੈਂਟ ਪਿਛਲੇ 4.5 ਸਾਲ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਐਜੂਕੇਸ਼ਨ ਸਿਸਟਮ 'ਚ ਕੀਤੀ ਹੋਗੀ। One second. He's Can you just introduce yourself, if you don't mind? हाँ, देखो इतना है कि पंजाब के मुख्यमंत्री कैप्टन अमरिंदर सिंह जी और कांग्रेस की लीडरशिप ने गल बिल्कुल साफ की है कि अगली जिहड़ी चोण है वो कैप्टन अमरिंदर सिंह जी की रहनुमाई हेठ लड़ी जाऊगी। बाकी जिथे तक रही CM की गल, वो फैसला कांग्रेस की जिहड़ी लीडरशिप है वो जिहड़े नवे चुने हुए MLAs हुंदे ने उन्हां नाल विचार वटांदरा करके फैसला करती है। और ये सिर्फ कोई पंजाब च नहीं हुंदा। मैनू पिछले 40 वरियां च पूरा हिंदुस्तान घूमण का मौका मिलिया, कई स्टेटां का मैं इंचार्ज रहा हैगा, और हर स्टेट दे विच परंपरा यही रही हैगी है जिहड़ा इनकम्बेंट चीफ मिनिस्टर हुंदा है उहदी रहनुमाई चोण लड़ी जाती हैगी है, उहदी लीडरशिप चोण लड़ी जाती है, और अगे दे जिहड़े फैसले हुंदे ने जिहड़ी नवीं पोलीटिकल रियलिटी हुंदी है, जिहड़े नवे MLAs जित के आउंदे ने उन्हां नाल विचार वटांदरा करके जिहड़ी कांग्रेस की लीडरशिप है, कांग्रेस की जिहनूं तुसीं हाई कमांड कहंदे हो, वो फैसला करदी। one by one एक मिनट। देखो इदा है, थोड़ी गल बिल्कुल सही है। ये पंजाब वास्ते और मुल्क वास्ते एक चिंता का विषय है, और वो चिंता का विषय इसलिए है कि जे तुसी हिस्टोरिकली देखो, जे आपां 20वीं सदी के शुरू चले जाइए तो जिहड़ा इनिशियल माइग्रेशन भी होया हैगा, चाहे अपना कैनेडा च माइग्रेशन होया, उस तो बाद USA च माइग्रेशन होया, फिर इंग्लैंड च माइग्रेशन होया, एक हिस्टोरिकली साडी परंपरा रही है कि असी अपनी जिंदगी नूं बेहतर बनाउण वास्ते बाहर जाण दी कोशिश करते हैं। और वो जिहड़ी एक हिस्टोरिकल रियलिटी है, इतिहासिक रियलिटी है, उस तो आपां भज नहीं सकते। पर हाँ, ये गल जरूर है कि पंजाब च ही नहीं पूरे मुल्क दे विच आपां नूं ये कोशिश करनी चाहिए है कि इन्ना इंफ्रास्ट्रक्चर बने जिहदे नाल जिहड़ा साडा यूथ है सारा वो इत्थे गेनफुली अब्जॉर्ब हो जाए। गल सिर्फ इंप्लॉयमेंट दी नहीं है, गल इंप्लॉयबिलिटी दी भी। इंप्लॉयमेंट और इंप्लॉयबिलिटी दे विच एक बहुत बड़ा फर्क है, और ये साडे मुल्क दा एक कमजोरी रही है कि जिस किस्म की स्किलिंग इंडस्ट्री नूं चाहीदी है या जिस किस्म की इंप्लॉयमेंट एवन्यूज़ खुलते हैं, साडा जिहड़ा एजुकेशन सिस्टम है इट हैज़ नॉट बीन एबल टू कीप पेस।
ਸੋ ਇੱਕ ਵੱਡੀ ਚਰਚਾ ਦਾ ਵਿਸ਼ੇ ਹੈ, ਬਟ ਤੁਹਾਡਾ ਜਿਹੜਾ ਕੰਸਰਨ ਹੈ ਆਈ ਟੇਕ ਇਟ ਔਨ ਬੋਰਡ। ਯੈਸ ਮੈਮ। ਦੇਖੋ ਮੈਂ ਸ਼ਾਇਦ ਮੈਨੂੰ ਲੱਗਦਾ ਮੇਰੀ ਪੰਜਾਬੀ ਕਮਜ਼ੋਰ ਹੈਗੀ ਹੈ। ਮੈਂ ਪਿਛਲੇ 35-40 ਮਿੰਟ ਤੋਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਰੀਜ਼ਨਸ ਦੇਣ ਦੀ। ਦੇਖੋ ਵੱਡੀ ਗੱਲ ਇਹ ਹੈ ਕਿ ਪੰਜਾਬ ਇੱਕ ਸਰਹੱਦ ਦਾ ਸੂਬਾ ਹੈ ਔਰ ਜਿਸ ਕਿਸਮ ਦੀ ਚੁਣੌਤੀਆਂ ਪੰਜਾਬ 'ਚ ਨੇ ਉਹ ਹਿੰਦੁਸਤਾਨ ਦੇ ਬਾਕੀ ਸੂਬਿਆਂ 'ਚ ਨਹੀਂ ਹੈ। ਔਰ ਪਿਛਲੇ 4.5 ਵਰਿਆਂ ਤੋਂ ਚਾਹੇ ਪੰਜਾਬ ਦੀ ਜਿਹੜੀ ਰਾਜਨੀਤਿਕ ਸਥਿਰਤਾ ਹੋਵੇ, ਪੰਜਾਬ ਦੀ ਜਿਹੜੀ ਇਕਨੋਮਿਕ ਡਿਵੈਲਪਮੈਂਟ ਹੋਵੇ, ਇਹਦੇ ਬਾਵਜੂਦ ਕਿ ਇੰਨਾ ਮਤਰੇਈ ਮਾਂ ਦਾ ਸਲੂਕ NDA ਭਾਜਪਾ ਸਰਕਾਰ ਨੇ ਕੀਤਾ ਹੈ, ਇਹ ਜੇ ਇੱਥੇ ਕਾਂਗਰਸ ਦੀ ਸਰਕਾਰ ਨਾ ਹੁੰਦੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਾ ਹੁੰਦੇ, ਤਾਂ ਇੰਨੀ ਸੰਜੀਦਾ ਤਰੀਕੇ ਨਾਲ, ਇਹਦੇ ਸੰਵੇਦਨਸ਼ੀਲਤਾ ਨਾਲ ਪੰਜਾਬ ਦੇ ਹਾਲਾਤ ਸਾਂਭੇ ਨਹੀਂ ਜਾਣੇ ਸੀਗੇ। ਜਿਸ ਤਰ੍ਹਾਂ ਉਹਨਾਂ ਨੇ ਈਵਨ ਸਾਰੇ ਕਿਸਾਨੀ ਅੰਦੋਲਨ ਨੂੰ ਟੈਕਲ ਕੀਤਾ ਹੈਗਾ, ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਹੈਗੀ ਹੈ ਔਰ ਹਰ ਮੁੱਖ ਮੰਤਰੀ ਨੂੰ ਆਪਣਾ ਕੇਂਦਰ ਸਰਕਾਰ ਦੇ ਨਾਲ ਕੰਮ ਕਰਨਾ ਪੈਂਦਾ ਹੈ। ਔਰ ਉਹਨਾਂ ਨੇ ਬਗੈਰ ਇਸ ਚੀਜ਼ ਦੇ ਪ੍ਰਵਾਹ ਕੀਤੇ ਕਿ ਉਹਨਾਂ ਦੇ ਉੱਪਰ ਜ਼ਾਤੀ ਤੌਰ ਤੇ ਜਾਂ ਸੂਬੇ ਦੇ ਉੱਪਰ ਕੀ ਇੰਪਲੀਕੇਸ਼ਨਸ ਹੋਣਗੇ, ਉਹਨਾਂ ਨੇ ਬਿਲਕੁਲ ਕਿਸਾਨੀ ਅੰਦੋਲਨ ਦੇ ਪਿੱਛੇ ਖੜੇ ਰਹੇ ਨੇ। ਇਹਨਾਂ ਸਾਰੀ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆ ਮੇਰਾ ਇਹ ਮੰਨਣਾ ਹੈਗਾ ਕਿ ਪੰਜਾਬ ਨੂੰ ਕਾਂਗਰਸ ਦੀ ਅਗਲੇ 5 ਸਾਲ ਵਾਸਤੇ ਲੋੜ ਹੈ। ਐਂਡ ਵੀਲ ਮੇਕ ਦੈਟ ਦ ਲਾਸਟ ਕੁਐਸਚਨ। ਯੈਸ ਮੈਡਮ। ਮੇਰੇ ਖਿਆਲ ਮੈਡਮ ਤੁਸੀਂ ਥੋੜੇ ਬਾਅਦ 'ਚ ਆਏ ਹੋ। ਮੈਂ ਬੜੇ ਵਿਸਤਾਰ ਪੂਰਵਕ ਇਸ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਆਪਣੀ ਗੱਲ ਤੁਹਾਡੇ ਸਮਕਸ਼ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਮੁਲਕ ਦੇ ਵਿੱਚ ਜਾਂ ਸੂਬੇ ਦੇ ਵਿੱਚ ਰੋਜ਼ਗਾਰ ਤਾਂ ਵੱਧਦਾ ਹੈਗਾ ਜੇ ਸੂਬੇ ਦੀ ਅਰਥ ਵਿਵਸਥਾ ਵੱਧਦੀ, ਔਰ ਸੂਬੇ ਦੀ ਅਰਥ ਵਿਵਸਥਾ ਦਾ ਜਿਹੜਾ ਤਲਕ ਹੈ ਉਹ ਮੁਲਕ ਦੀ ਅਰਥ ਵਿਵਸਥਾ ਨਾਲ ਰਹਿੰਦਾ ਹੈ। ਔਰ ਪਿਛਲੇ 7 ਵਰਿਆਂ ਦੇ ਵਿੱਚ ਜਿਸ ਤਰ੍ਹਾਂ ਇਸ ਮੁਲਕ ਦੀ ਅਰਥ ਵਿਵਸਥਾ ਨੂੰ NDA ਭਾਜਪਾ ਸਰਕਾਰ ਨੇ ਤਹਿਸ ਨਹਿਸ ਕੀਤਾ ਹੈ ਔਰ ਉਹਦੇ ਨਾਲ ਨਾਲ ਜਿਹੜਾ ਮਤਰੇਈ ਮਾਂ ਦਾ ਸਲੂਕ ਕੀਤਾ ਹੈ NDA ਭਾਜਪਾ ਸਰਕਾਰ ਨੇ ਪੰਜਾਬ ਦੇ ਨਾਲ, GST ਸੈਸ ਰੋਕਣਾ, ਕੰਪਨਸੇਸ਼ਨ ਸੈਸ ਰੋਕਣਾ, RDF ਦਾ ਪੈਸਾ ਰੋਕਣਾ, ਪੰਜਾਬ ਦੇ ਓਵਰਡਰਾਫਟਸ ਰੋਕਣੇ, ਉਸ ਚੀਜ਼ ਦਾ ਅਸਰ ਪੰਜਾਬ ਦੀ ਅਰਥ ਵਿਵਸਥਾ ਤੇ ਪਿਆ ਹੈ। ਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੇ ਪੰਜਾਬ ਨੇ ਤਰੱਕੀ ਕਰਨੀ ਹੈ ਔਰ ਇਸ ਮੁਲਕ ਨੇ ਤਰੱਕੀ ਕਰਨੀ ਹੈ ਤਾਂ ਆਉਣ ਵਾਲੀ ਜਿਹੜੀ 2024 ਦੀ ਚੋਣ ਹੈ ਉਹ NDA ਭਾਜਪਾ ਦੀ ਸਰਕਾਰ ਨੂੰ ਭਜਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਕੱਲਾ ਸੂਬੇ ਦੀ ਤੁਸੀਂ ਜਿਹੜੀ ਅਰਥ ਵਿਵਸਥਾ ਹੈ, ਇਕੋਨਮੀ ਹੈ, ਉਹਨੂੰ ਠੀਕ ਨਹੀਂ ਰੱਖ ਸਕਦੇ ਜੇ ਪੂਰੀ ਦੁਨੀਆ ਦੀ ਪੂਰੇ ਮੁਲਕ ਦੀ ਅਰਥ ਵਿਵਸਥਾ ਠੀਕ ਨਾ ਹੋਵੇ। ਪੰਜਾਬ 'ਚ ਜੇ ਤਰੱਕੀ ਹੋਈ 2004 ਤੋਂ ਲੈ ਕੇ 14 ਦੇ ਵਿੱਚ, ਕਾਂਗਰਸ ਦੀ ਸਰਕਾਰ ਰਹੀ 3 ਸਾਲ, 7 ਸਾਲ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ, ਉਹ ਇਸ ਲਈ ਹੋਈ ਕਿਉਂਕਿ ਡਾਕਟਰ ਮਨਮੋਹਨ ਸਿੰਘ ਨੇ ਹਿੰਦੁਸਤਾਨ ਦੀ ਜਿਹੜੀ ਅਰਥ ਵਿਵਸਥਾ ਸੀ ਉਹਨੂੰ ਇੱਕ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਸੀਗਾ। ਸੋ ਇਸ ਲਈ ਪੰਜਾਬ ਦੀ ਇਕਨੋਮਿਕ ਡਿਵੈਲਪਮੈਂਟ ਵਾਸਤੇ ਜਾਂ ਬਾਕੀ ਸੂਬਿਆਂ ਦੀ ਇਕਨੋਮਿਕ ਡਿਵੈਲਪਮੈਂਟ ਵਾਸਤੇ ਇਹ ਜਿਹੜੇ ਮੁਲਕ ਦੀ ਇਕਨੋਮਿਕ ਡਿਵੈਲਪਮੈਂਟ 'ਚ ਕਮਜ਼ੋਰੀ ਆਈ ਹੈ, ਜਿਹੜਾ ਆਪਣਾ ਜਿਹੜੀ ਤਹਿਸ ਨਹਿਸ ਹੋਈ ਹੈ, ਉਹਦਾ ਇੱਕ ਬਹੁਤ ਵੱਡਾ ਅਸਰ ਪਿਆ ਹੈ ਔਰ ਉਹ ਕਾਰਨ ਹੈ ਕਿ ਜਿਹੜੇ ਅਸੀਂ ਕੁਝ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਨਹੀਂ ਕਰ ਸਕੇ। ਥੈਂਕ ਯੂ ਵੈਰੀ ਮਚ। ਹਾਂ ਲਾਸਟ ਕਰ ਲਓ ਨਹੀਂ 1 to 1 ਨਹੀਂ। ਮੈਂ ਇੱਦਾਂ ਹੈ ਕਿ ਮੈਂ ਤੁਹਾਨੂੰ ਦੱਸ ਦਿੰਦਾ ਹੈ, ਜਦੋਂ ਅਸੀਂ ਵੱਲੋਵਾਲ ਸੌਕੜੀ ਸਟੇਜ ਤੇ ਬੈਠੇ ਸੀਗੇ, CM ਸਾਹਿਬ ਨੇ ਮੈਨੂੰ ਇਹ ਗੱਲ ਪੁੱਛੀ ਔਰ ਸ਼ਾਇਦ ਇੱਕ ਵਾਰੀ ਪਹਿਲੇ ਵੀ ਪੁੱਛੀ ਸੀ ਜਦੋਂ ਅਸੀਂ ਸ੍ਰੀ ਅਨੰਦਪੁਰ ਸਾਹਿਬ ਗਏ ਸੀਗੇ, ਜਦੋਂ ਅਸੀਂ ਬੇਜ਼ਮੀਨਾਂ ਦੇ ਕਰਜ਼ੇ ਮਾਫ ਕੀਤੇ ਨੇ, ਔਰ ਮੈਨੂੰ ਪੁੱਛਿਆ ਸੀਗਾ ਕਿ ਹਿੰਦੁਸਤਾਨ ਦਾ ਸੰਵਿਧਾਨ ਕਿੰਨੀ ਵਾਰੀ ਅਮੈਂਡ ਕੀਤਾ ਗਿਆ, ਤੇ ਮੈਂ ਉਹਨਾਂ ਨੂੰ ਕਿਹਾ ਕਿ 127 ਵਾਰੀ ਅਮੈਂਡ ਕੀਤਾ ਗਿਆ। ਤੇ ਉਹਨਾਂ ਨੇ ਕੱਲ ਜਿਹੜੀ ਗੱਲ ਕਹੀ ਸੀ ਉਹ ਇਹ ਕਿਹਾ ਸੀਗਾ ਕਿ 128ਵੀਂ ਵਾਰ ਵੀ ਕਨਸਟੀਟਿਊਸ਼ਨ ਨੂੰ ਅਮੈਂਡ ਕਰਕੇ ਆ ਜਿਹੜੇ ਤਿੰਨੋਂ ਕਾਲੇ ਕਾਨੂੰਨ ਨੇ ਇਹਨਾਂ ਨੂੰ ਖਾਰਿਜ ਕੀਤਾ ਜਾਵੇ, ਕਿਉਂਕਿ ਜਿਹੜਾ ਇੱਕ ਆਕਰੋਸ਼ ਹੈ ਲੋਕਾਂ ਦੇ ਵਿੱਚ, ਖਾਸ ਕਰ ਕਿਸਾਨੀ ਦੇ ਵਿੱਚ ਰੋਸ ਹੈ, ਉਹਦਾ ਅਸਰ ਪੰਜਾਬ ਦੀ ਅਰਥ ਵਿਵਸਥਾ ਦੇ ਉੱਪਰ, ਪੰਜਾਬ ਦੀ ਜਿਹੜੀ ਸੁਸਾਇਟੀ ਹੈ ਜਾਂ ਜਿਹੜਾ ਸੋਸ਼ਲ ਮਿਲੀਓ ਹੈ ਉਸ ਤੇ ਵੀ ਪੈ ਰਿਹਾ ਹੈ। ਥੈਂਕ ਯੂ ਵੈਰੀ ਮਚ। ਇੱਦਾਂ ਹੈ ਕਿ ਮੈਨੂੰ
ਜਦੋਂ ਵੀ ਲੋੜ ਪਈ ਹੈ ਆਪਣੇ ਹਲਕੇ ਵਾਸਤੇ ਸੀਐਮ ਸਾਹਿਬ ਨੂੰ ਮਿਲਣ ਦੀ, ਮੈਨੂੰ ਕਦੇ ਕੋਈ ਤਕਲੀਫ ਨਹੀਂ ਹੋਈ, ਚਾਹੇ ਪਿਛਲੇ 4.5 ਸਾਲ 'ਚ, ਚਾਹੇ ਉਸ ਤੋਂ ਪਹਿਲਾਂ 5 ਸਾਲ ਜਦੋਂ ਚੀਫ ਮਿਨਿਸਟਰ ਰਹੇ। I don't do one-on-one. No, I don't do one-on-ones. Please don't insist. मैं हुणे उस सवाल का जवाब दिता है। देखो इदा है, जे हरियाणे के मुख्यमंत्री का ਜਿਹੜਾ ਉੜਨ ਖਟੋਲਾ ਹੈ ਹੈਲੀਕਾਪਟਰ, ਉਹ ਜੇ ਹਰਿਆਣੇ 'ਚ ਉਤਰ ਨਹੀਂ ਪਾਉਂਦਾ ਹੈਗਾ ਤਾਂ ਉਹਦਾ ਜ਼ਿੰਮੇਵਾਰੀ ਕਾਂਗਰਸ ਦੀ ਥੋੜੀ ਹੈਗੀ ਹੈ। ਹਰਿਆਣੇ ਦੇ ਅਗਰ ਹਰਿਆਣੇ ਦੇ ਕਿਸਾਨਾਂ ਦੇ ਵਿੱਚ ਰੋਸ਼ ਹੈ, ਉਹਦੀ ਜ਼ਿੰਮੇਵਾਰੀ ਕੋਈ ਕਾਂਗਰਸ ਦੀ ਸਰਕਾਰ ਦੀ ਥੋੜੀ ਹੈਗੀ ਹੈ, ਉਹਦੀ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਥੋੜੀ ਹੈਗੀ ਹੈ। ਖੱਟਰ ਸਾਹਿਬ ਨੂੰ ਕਹਿਣਾ ਚਾਹੀਦਾ ਮੋਦੀ ਸਾਹਿਬ ਨੂੰ ਕਿ ਇਹ ਕਾਲੇ ਕਾਨੂੰਨ ਵਾਪਸ ਲੈ ਲੈਣ। ਮੇਰਾ ਕੋਈ ਸਾਹਿਬ ਨਰਿੰਦਰ ਮੋਦੀ ਨੂੰ ਪੰਜਾਬ ਦੀ ਸਰਕਾਰ ਨੂੰ ਦੋਸ਼ ਦੇਣ ਦੀ ਜਗ੍ਹਾ ਜੋ ਉਹਨਾਂ ਦੇ ਕਿਸਾਨਾਂ 'ਚ ਰੋਸ਼ ਹੈ, ਉਹਦੀ ਗੱਲ ਜਿਹੜੀ ਸੱਚੀ ਗੱਲ ਹੈ ਉਹਨਾਂ ਨੂੰ ਆਪਣਾ ਮੋਦੀ ਸਾਹਿਬ ਨੂੰ ਦੱਸਣੀ ਚਾਹੀਦੀ ਹੈ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਸਟਾਂਪ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।